ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੁਣਿਆ ਸਾਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਸਾਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਤਖਤ ਛਤਰ ਦੇ ਮਾਲਕ। ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ। ਵਾਲੀਏ ਦੋ ਜਹਾਂ, ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰਉਪਕਾਰੀ, ਕਰਨਾ ਨਿਧਾਨ, ਕਿਰਪਾ ਦੀ ਖਾਨ ਸਤਿਗੁਰੂ ਪਾਤਸ਼ਾਹ ਜੀ ਦੀ ਅਪਰਿ ਅਪਾਰ ਕਿਰਪਾ ਰਹਿਮਤ ਬਖਸ਼ਤ ਦਾ ਸਦਕਾ। ਦਸ਼ਮੇਸ਼ ਪਿਤਾ ਜੀ, ਕਲਗੀਧਰ ਜੀ, ਪੰਥ ਵਾਲੀ, ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ, ਬਾਦਸ਼ਾਹ ਦਰਵੇਸ਼, ਨੀਲੇ ਦੇ ਸ਼ਾਹੇ ਅਸਵਾਰ, ਅਰਸ਼ਾਂ ਫਰਸ਼ਾਂ ਦੇ ਮਾਲਕ, ਮਰਦ ਅਗੰਮੜੇ, ਦੇਗ ਤੇਗ ਦੇ ਧਣੀ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ, ਯਾਤਰਾ ਕਰਦਿਆਂ ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ। ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਗੁਰਸਿੱਖ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਅਸਥਾਨ 'ਤੇ ਨਤਮਸਤਕ ਹੁੰਦਿਆਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ, ਧੁਰ ਕੀ ਬਾਣੀ, ਰੱਬੀ ਬਾਣੀ ਨੂੰ ਸਰਵਣ ਕਰਕੇ ਜੀਵਨ ਦੀਆਂ ਅਮੋਲਕ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼, ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਜਾਹਰ ਪੀਰ ਜਗਤ ਗੁਰ ਬਾਬਾ, ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਪਾਵਨ ਬਾਣੀ ਜਪਜੀ ਸਾਹਿਬ ਜੀ ਦੇ ਦੁਆਰਾ
ਸਿੱਧ ਪੁਰਖਾਂ ਦੇ ਤਾਂ ਹੀ ਵਿਚਾਰ ਕਰਦੇ ਹੋਏ ਉਹਨਾਂ ਨੂੰ ਸਰਵਣ ਦੀ ਮਹਿਮਾ ਮਹਾਤਮ ਫਲਾਦੇਸ਼ ਸਮਝਾ ਰਹੇ ਹਨ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਭਾਵੇਂ ਕਿਸੇ ਵੀ ਪ੍ਰਥਾਏ ਕਿਸੇ ਨੂੰ ਸੁਬੋਧਨ ਹੋ ਕੇ, ਕਿਸੇ ਨੂੰ ਮੁਖਾਤਬ ਹੋ ਕੇ ਮਹਾਂਪੁਰਖ ਦਾ ਬਚਨ ਹੋਵੇ, ਭਾਵੇਂ ਸੁਬੋਧਨ ਕਿਸੇ ਨੂੰ ਹੋ ਰਹੇ ਹੋਣ, ਪਰੰਤੂ ਉਹ ਮਹਾਨ ਉਪਦੇਸ਼, ਉਹ ਕਲਿਆਣਕਾਰੀ ਬਚਨ ਸਮੁੱਚੀ ਮਨੁੱਖਤਾ ਤੇ ਸਮੂਹ ਮਾਨਵਤਾ ਵਾਸਤੇ ਸਰਬ ਸਾਂਝਾ ਤੇ ਕਲਿਆਣ ਕਰਨ ਵਾਲਾ, ਭਲਾ ਕਰਨ ਵਾਲਾ, ਬਖਸ਼ਿਸ਼ ਭਰਿਆ ਹੁੰਦਾ ਹੈ। ਭਾਵੇਂ ਕਿ ਬਹੁਤ ਸਾਰੀ ਇਹ ਪਾਵਨ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤੀਆਂ ਪੌੜੀਆਂ ਸਿੱਧਾਂ ਨੂੰ ਮੁਖਾਤਬ ਹੋ ਕੇ ਉਚਾਰਨ ਕੀਤੀਆਂ ਹਨ, ਪਰ ਇਹਨਾਂ ਦੇ ਅੰਦਰ ਜੋ ਸਿਧਾਂਤ ਹੈ, ਜੋ ਸਿੱਖਿਆ ਹੈ, ਜੋ ਪ੍ਰੇਰਨਾ ਹੈ, ਉਹ ਹਰ ਪ੍ਰਾਣੀ ਮਾਤਰ ਦੇ ਭਲੇ ਹੇਤ ਹੈ। ਸੁਣਨ ਦੀ ਕਲਾ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਨੇ ਕੀਤਾ ਹੈ। ਕਿਤੇ ਕਿਸੇ ਨੂੰ ਸੁਣਨ ਦੀ ਕਲਾ ਆ ਜਾਏ ਤਾਂ ਸੁਣਨ ਵਾਲਾ ਕਿਸ ਮੁਰਾਤਬੇ ਤੇ, ਕਿਸ ਪਦਵੀ ਤੇ ਪਹੁੰਚ ਜਾਂਦਾ ਹੈ, ਇਹਦੀ ਵਿਚਾਰ ਆਪਾਂ ਪਿਛਲੇ 3 ਦਿਨਾਂ ਤੋਂ ਕਰ ਰਹੇ ਹਾਂ। ਅੱਜ ਚੌਥਾ ਦਿਨ ਹੈ। ਇਸ ਪਾਵਨ ਬਾਣੀ ਦਾ ਚੌਥਾ ਬੰਦ ਹੈ। ਚੌਥੀ ਪੌੜੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਸੁਣਨ ਦਾ ਮਹਾਤਮ, ਸੁਣਨ ਦਾ ਫਲਾਦੇਸ਼, ਸੁਣਨ ਦਾ ਜੋ ਲਾਭ ਹੈ ਉਹਦਾ ਵਰਣਨ ਕੀਤਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਹੈ ਕਿ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਨੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾ ਤੇਰੀ ਬਾਣੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਮਕਸ਼ ਸਾਹਿਬਾਂ ਨੇ ਬੜੇ ਥਾਵਾਂ ਤੇ ਬੇਨਤੀਆਂ, ਅਰਜ਼ੋਈਆਂ, ਅਰਦਾਸਾਂ ਕੀਤੀਆਂ ਕਿ ਮਾਲਕਾ ਕਿਰਪਾ ਕਰ, ਤੇਰੀ ਬਾਣੀ ਸੁਣੀਏ, ਤੇਰੀ ਮਹਿਮਾ ਸੁਣੀਏ, ਤੇਰੀ ਸਿਫਤ ਸੁਣੀਏ। ਕਿਉਂਕਿ ਜਦੋਂ ਸਿਫਤ ਸੁਣੀ ਜਾਏ ਤਾਂ ਕੰਨਾਂ ਦਾ ਮਕਸਦ, ਕੰਨਾਂ ਦਾ ਮਨੋਰਥ ਸਿੱਧ ਹੋ ਜਾਂਦਾ ਹੈ। ਜੋ ਕੰਨਾਂ ਦਾ ਮਕਸਦ ਸਾਹਿਬਾਂ ਦੱਸਿਆ ਹੈ ਕਿ ਸੁਣੋ ਸਤ ਬਾਣੀ, ਇਹ ਸੱਚੀ ਬਾਣੀ ਸੁਣ ਤੇ ਤਦ ਹੀ ਸਫਲੇ ਹਨ। ਇਹ ਸਰਵਣੋ ਮੇਰੇ ਹੋ ਸਾਚੈ, ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ। ਕਾਹਦੇ ਵਾਸਤੇ ਲਾਇਆ ਹੈ? ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਜਦੋਂ ਬਾਣੀ ਨੂੰ ਸਤਿਗੁਰੂ ਜੀ ਦੇ ਮੁਖ ਤੋਂ ਸਰਵਨਾ ਕੰਨਾਂ ਦੁਆਰਾ ਸੁਣ ਕਰਕੇ ਰਸਨਾ ਤੋਂ ਜਪਿਆ ਜਾਏ, 1-2 ਪਲ ਨਹੀਂ, ਸਮੁੱਚੀ ਜ਼ਿੰਦਗੀ ਹੀ ਰਸ ਨਾਲ ਭਰਪੂਰ ਹੋ ਜਾਂਦੀ ਹੈ। ਤਾਈਏ ਸਾਹਿਬਾਂ ਕਿਹਾ ਕਿ ਸਭ ਰਸ ਮਿੱਠਾ ਮੰਨਿਆ, ਸੁਣਿਆ ਸਾ ਲੋਣੇ। ਕਮ ਸੇ ਕਮ 2 ਵਾਰੀ ਤਾਂ ਬੰਦਾ ਜ਼ਰੂਰ ਹੀ ਘਰ ਵਿੱਚ ਜਦੋਂ ਭੋਜਨ ਕਰਦਾ ਹੈ ਤਾਂ ਉਹ ਰਸ ਜਿਹਨੂੰ ਲੂਣ ਵਾਲਾ ਕਿਹਾ ਜਾਂਦਾ ਹੈ ਉਹਨੂੰ ਚੱਖਦਾ ਹੈ, ਛਕਦਾ ਹੈ। ਅਤੇ ਸੁਣਨਾ ਉਹ ਰਸ ਹੈ ਜਿਵੇਂ ਲੂਣ ਵਾਲਾ ਕਰਾਰਾ ਭੋਜਨ ਛਕਿਆ ਜਾਏ। ਖਾਸ ਕਰਕੇ ਛੋਟੀ ਉਮਰ ਦੇ ਬੱਚੇ ਜਿਹੜੀਆਂ ਕਰਾਰੀਆਂ ਚਟਪਟੀਆਂ ਚੀਜ਼ਾਂ ਬੜੀਆਂ ਖੁਸ਼ ਹੋ ਕੇ ਖਾਂਦੇ ਨੇ। ਅਤੇ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਹੀ ਭਾਈ ਸਭ ਰਸ ਮਿੱਠੇ ਮੰਨਿਆ, ਗੁਰੂ ਦੇ ਨਾਮ ਦਾ ਉਪਦੇਸ਼ ਦਾ ਮੰਨਣ ਕਰਨਾ ਮਿੱਠੇ ਰਸ ਹਨ। ਸੁਣਿਆ ਸਾ ਲੋਨੇ, ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀ। ਮੂੰਹ ਤੋਂ ਬੋਲਣਾ ਜਿਹੜੇ ਨੇ 6 ਰਸਾਂ ਵਿੱਚ ਜਿਹੜਾ ਖੱਟਾ ਰਸ ਹੈ, ਖੱਟਾ ਮਿੱਠਾ ਹੈ, ਉਹ ਰਸ ਹੈ। ਮਾਰਨ ਨਾਦ ਕੀ ਹੈ, ਜਿਹੜੀ ਆਵਾਜ਼ ਪ੍ਰਗਟ ਹੁੰਦੀ ਹੈ, ਸਮਝੋ ਮਸਾਲੇ ਪਾਏ ਹਨ ਵਾਹਿਗੁਰੂ ਦੇ ਸਿਮਰਨ ਦੇ ਵਿੱਚ, ਜੋ ਬਹੁਤ ਸਵਾਦਲਾ ਇਹ ਨਾਮ ਦਾ ਭੋਜਨ ਤਿਆਰ ਹੁੰਦਾ ਹੈ। ਗੁਰਮੁਖ ਜਨ ਇਸ ਨੂੰ ਛਕ ਕੇ ਜੀਵਨ ਵਿੱਚ ਤ੍ਰਿਪਤੀ, ਰਸ, ਵਿਕਾਸ ਹਾਸਲ ਕਰਦੇ ਨੇ। ਸੋ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ, ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਨਾਲ ਜੁੜੀਏ। ਸਾਰੇ ਜਪੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣਿਆ ਸਾਰਾ ਗੁਣਾ ਕੇ ਗਾਹ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੁਣਨ ਦਾ ਮਹਾਤਮ, ਸੁਣਨ ਦਾ ਜੋ ਫਲਾਦੇਸ਼ ਉਹ ਕਥਨ ਕਰ ਰਹੇ। ਸੁਣਨਾ ਵੀ ਕਈ ਤਰ੍ਹਾਂ ਦਾ ਹੈ। ਕੰਨ ਮਾਲਕ ਨੇ ਖੁੱਲੇ ਛੱਡੇ ਹਨ, ਜੋ ਮਰਜ਼ੀ ਸੁਣ, ਭਾਵੇਂ ਨਿੰਦਾ ਚੁਗਲੀ ਸੁਣੀ ਜਾਣ, ਗੰਦਮੰਦ ਸੁਣੀ ਜਾਣ, ਜਾਂ ਵਾਹਿਗੁਰੂ ਦੀ ਸਿਫਤ ਸਲਾਹ ਸੁਣ, ਪਰ ਅੱਖਾਂ ਦੇ ਉੱਪਰ ਮਾਲਕ ਨੇ ਪਰਦਾ ਰੱਖਿਆ ਹੈ। ਭਾਵੇਂ ਮਨੁੱਖ ਵੇਖੇ ਜਾਂ ਨਾ ਵੇਖੇ, ਮਨੁੱਖ ਦੀ ਮਰਜ਼ੀ ਹੈ। ਅੱਖਾਂ ਬੰਦ ਕਰ ਲਵੇ ਜਾਂ ਅੱਖਾਂ ਖੋਲ੍ਹ ਲਵੇ, ਪਰ ਕੰਨ ਬੰਦ ਕਰਨ ਵਾਸਤੇ ਤਾਂ ਕੋਈ ਨਾ ਕੋਈ ਬੁੱਝਾ ਦੇਣਾ ਪਵੇਗਾ, ਕੋਈ ਰੂੰ ਦਵੇਗਾ ਜਾਂ ਕੁਛ ਹੋਰ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੈ ਪਾਉਣ। ਵਿਸ਼ਿਆਂ ਵਿਕਾਰਾਂ ਦੀ ਹਨੇਰੀ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਹੁੰਦੀਆਂ ਰਹਿਣ, ਮੈਂ ਨਹੀਂ ਸੁਣ ਕੇ ਰਾਜੀ, ਕਿ ਕਿਉਂਕਿ ਬਹੁਤ ਕੁਝ ਸੰਸਾਰ 'ਚ ਮਨੁੱਖ ਨੂੰ ਸੁਣਨ ਵਾਸਤੇ ਮਿਲਦਾ ਹੈ, ਪਰ ਗੁਰੂ ਦਾ ਸਿੱਖ ਕੀ ਸੁਣੇ। ਸਾਹਿਬ ਕਹਿੰਦੇ ਬਾਣੀ ਸੁਣੇ, ਵਾਹਿਗੁਰੂ ਦੀ ਸਿਫਤ ਸਲਾਹ ਸੁਣੇ, ਵਡਿਆਈ ਸੁਣੇ, ਤੇ ਇਸ ਸੁਣਨ ਦੁਆਰਾ ਕੀ ਪ੍ਰਾਪਤ ਹੁੰਦਾ। ਸਾਹਿਬ ਕਹਿੰਦੇ ਸੁਣਿਆ ਸਰਾ ਗੁਣਾ ਕੇ ਗਾਹ। ਸਰ ਨਾਮ ਹੁੰਦਾ ਸਰੋਵਰ ਦਾ। ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਦੀ ਸਿਫਤ ਸਲਾਹ ਗੁਰੂ ਮੁਖ ਦੁਆਰਾ ਸਰਵਨ ਕਰ ਲੈਂਦਾ ਹੈ, ਅਥਵਾ ਸਾਧ ਸੰਗਤ ਵਿੱਚ ਆ ਕਰਕੇ ਵਾਹਿਗੁਰੂ ਦੀ ਮਹਿਮਾ ਵਡਿਆਈ ਜਸ ਕੀਰਤੀ ਸਿਫਤ ਸਲਾਹ ਸੁਣਦਾ ਹੈ, ਉਹਨੂੰ ਕੀ ਮਿਲਦਾ ਹੈ। ਸਾਹਿਬ ਕਹਿੰਦੇ ਸਾਰਾ ਗੁਣਾ ਕੇ ਗਾਹ। ਸਾਰਾ ਸਰੋਵਰਾਂ ਗੁਣਾ ਕੇ, ਗੁਣਾ ਦੇ ਗਾਹ ਦਾ ਅਰਥ ਹੈ ਗਾਹੁਣ ਵਾਲੇ, ਭਾਵ ਅਰਥ ਹੈ ਗ੍ਰਹਿਣ ਕਰਨ ਵਾਲੇ, ਧਾਰਨ ਕਰਨ ਵਾਲੇ, ਸਮਝਣ ਵਾਲੇ, ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਨਾਮ ਦੀ ਸੁਣਨ ਦੀ ਕਲਾ ਪ੍ਰਾਪਤ ਹੋ ਗਈ, ਜਿਨ੍ਹਾਂ ਨੂੰ ਪਤਾ ਲੱਗਾ ਕਿ ਨਾਮ ਨੂੰ ਸੁਣਨ ਦਾ, ਗੁਰੂ ਦੀ ਸਿੱਖਿਆ ਨੂੰ ਸੁਣਨ ਦਾ ਕਿੰਨਾ ਭਾਰੀ ਮਹਾਤਮ ਹੈ, ਕਿੰਨਾ ਭਾਰੀ ਲਾਭ ਹੈ। ਉਹਨਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਸੁਣੀ। ਪਿੱਛੇ ਬਚਨ ਆਇਆ ਸੀ ਕਿ ਮੱਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਹੀ ਗੁਰੂ ਦੀ ਕੋਈ ਸਿੱਖਿਆ ਸੁਣ ਲਵੇ, ਉਹ ਕਿਹੜੀ ਹੈ? ਨਾਮ ਦੀ ਸਿੱਖਿਆ, ਜੀਵਨ ਨੂੰ ਸਵਾਰਨ ਦੀ ਸਿੱਖਿਆ, ਜੀਵ ਦੇ ਭਲੇ ਦੀ ਸਿੱਖਿਆ। ਉਹ ਸਿੱਖਿਆ ਜਿਸ ਬਾਰੇ ਸਾਹਿਬ ਕਹਿੰਦੇ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਇਹ ਹੈ ਸਤਿਗੁਰੂ ਜੀ ਦੀ ਸਿੱਖਿਆ। ਜਿਨ੍ਹਾਂ ਨੇ ਇਹ ਸਿੱਖਿਆ ਸੁਣ ਲਈ, ਨਾਮ ਦੀ ਸਿੱਖਿਆ, ਬੰਦਗੀ ਕਰਨ ਦੀ ਸਿੱਖਿਆ ਸਤਿਗੁਰੂ ਕੋਲੋਂ ਸੁਣ ਲਈ, ਸਮਝ ਲਈ, ਸਾਹਿਬ ਕਹਿੰਦੇ ਫਿਰ ਉਹ ਸਰਾਂ ਗੁਣਾ ਕੇ ਗਾਹ ਹੋ ਜਾਂਦੇ ਹਨ। ਸਾਰੇ ਹੀ ਸ਼ੁਭ ਗੁਣਾਂ ਦੇ ਸਮੁੰਦਰ ਬਣ ਜਾਂਦੇ ਹਨ, ਸਾਰੇ ਸ਼ੁਭ ਗੁਣਾਂ ਦੇ ਸਰੋਵਰ ਬਣ ਜਾਂਦੇ ਹਨ। ਭਾਵ ਕਿ ਸਾਰੇ ਦੇ ਸਾਰੇ ਸ਼ੁਭ ਗੁਣ, ਦੈਵੀ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ, ਵਿਚਾਰ, ਇਹ ਜਿਹੜੇ ਸਾਰੇ ਚੰਗੇ ਸ਼ੁਭ ਤੇ ਨੇਕ ਗੁਣ ਨੇ, ਇਹ ਸਾਰੇ ਉਹਨਾਂ ਦੇ ਹਿਰਦੇ ਵਿੱਚ ਆ ਕਰਕੇ ਵਸ ਜਾਂਦੇ ਹਨ। ਉਹ ਸਾਰੇ ਹੀ ਗੁਣਾਂ ਦੇ ਧਾਰਨੀ ਹੋ ਜਾਂਦੇ ਹਨ। ਅਥਵਾ ਸਰਾ ਗੁਣਾ ਕੇ ਗਾਹ। ਸਰ ਭਾਵ ਸਰੋਵਰ। ਸੰਸਾਰ ਦੇ ਅੰਦਰ ਬਹੁਤ ਤਰ੍ਹਾਂ ਦੇ ਸਰੋਵਰ ਨੇ, ਪਰ ਇੱਕ ਐਸਾ ਸਰੋਵਰ ਹੈ ਜਿਹਨੂੰ ਮਾਨ ਸਰੋਵਰ ਆਖਿਆ ਜਾਂਦਾ ਹੈ, ਜਿਸ ਬਾਰੇ ਇਹ ਪ੍ਰਚਲਿਤ ਤੇ ਪ੍ਰਸਿੱਧ ਹੈ ਕਿ ਉਸ 'ਚ ਹੀਰੇ ਜਵਾਹਰਾਤ ਕੀਮਤੀ ਮੋਤੀ ਹੁੰਦੇ ਹਨ। ਸਾਹਿਬਾਂ ਦਾ ਬਚਨ ਹੈ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ, ਬਗਲਾ ਕਾਗ ਨ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਗੁਰਮੁਖ ਜਨ ਸਤਿਗੁਰੂ ਜੀ ਦੇ ਸਰਾਂ ਸਰੋਵਰ ਕਿਹੜਾ ਹੈ? ਸਾਧ ਸੰਗਤ। ਸਾਧ ਸੰਗਤ ਸਰੋਵਰ ਤੇ ਆ ਕਰਕੇ ਗੁਣਾ ਕੇ ਗਾਹਾ, ਵਾਹਿਗੁਰੂ ਜੀ ਦੇ ਨਾਮ ਨੂੰ ਵਿਹਾਜਣ ਵਾਲੇ, ਨਾਮ ਨੂੰ ਜਪਣ ਵਾਲੇ, ਨਾਮ ਨੂੰ ਹਿਰਦੇ ਵਿੱਚ ਵਸਾਉਣ ਵਾਲੇ ਜਿਹੜੇ ਸ਼ੁਭ ਗੁਣ ਨੇ, ਉਹਨਾਂ ਨੂੰ ਗ੍ਰਹਿਣ ਕਰ ਲੈਂਦੇ ਹਨ। ਜਿਵੇਂ ਸਾਹਿਬਾਂ ਦਾ ਬਚਨ ਹੈ ਕਿ ਗੁਣਾ ਕਾ ਹੋਵੇ ਵਾਸਲਾ, ਕਢਵਾਸ ਲਈ ਜੈ। ਤੇ ਨਾਲ ਹੀ ਬਚਨ ਹੈ, ਜੇ ਗੁਣ ਹੋਵਨ ਗੰਠੜੀਐ, ਮਿਲੇਗਾ ਸੋਈ ਹੈ ਬੀਬਾ,
ਜੇਕਰ ਤੇਰੇ ਹਿਰਦੇ ਰੂਪੀ ਪੱਲੇ ਦੇ ਵਿੱਚ ਸ਼ੁਭ ਗੁਣ ਦੈਵੀ ਗੁਣ ਹੋਣਗੇ ਨਾ, ਤੇ ਤੈਨੂੰ ਫਿਰ ਤਰਲੇ ਲੈਣ ਦੀ ਲੋੜ ਨਹੀਂ ਕਿ ਮਾਲਕਾ ਮੈਨੂੰ ਮੇਲ ਲੈ, ਮੈਨੂੰ ਜੋੜ ਲੈ। ਗੁਣ ਪੱਲੇ ਹੋਣਗੇ ਤੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਦਇਆ ਤਰਸ ਤੇ ਕਿਰਪਾ ਦੇ ਘਰ ਵਿੱਚ ਆ ਕੇ ਤੇਰੀ ਜੀਵ ਆਤਮਾ ਨੂੰ ਆਪਣੇ ਵਿੱਚ ਸਦੀਵ ਕਾਲ ਵਾਸਤੇ ਅਭੇਦ ਕਰ ਲਵੇਗਾ, ਆਪਣਾ ਹੀ ਸਰੂਪ ਬਣਾ ਲਵੇਗਾ। ਉਹ ਸਰੂਪ ਜਿਸ ਬਾਰੇ ਕਲਗੀਧਰ ਪਾਤਸ਼ਾਹ ਕਹਿੰਦੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਸੋ ਗੁਰਮੁਖ ਜਨ ਜਦੋਂ ਵਾਹਿਗੁਰੂ ਜੀ ਦੇ ਨਾਮ ਦੀ ਸਿੱਖਿਆ ਸੁਣਦੇ ਹਨ, ਨਾਮ ਨੂੰ ਸੁਣਦੇ ਹਨ, ਅੰਤਰ ਆਤਮੇ ਟਿਕ ਕਰਕੇ ਨਾਮ ਦੀ ਧੁਨੀ ਆਪਣੇ ਕੰਨਾਂ ਦੁਆਰਾ ਸੁਣਦੇ ਹਨ। ਸਤਿਗੁਰੂ ਜੀ ਦਾ ਇੱਕ ਬਚਨ ਹੈ, ਜੇਨ ਕਿਨ ਪ੍ਰਕਾਰੇ ਹਰ ਜਸ ਸ਼ਰਵਣ ਸੁਨਾਵਣ। ਤਰੀਕਾ ਕੋਈ ਵੀ ਹੋ ਸਕਦਾ, ਭਾਵੇਂ ਕੋਈ ਟੇਪ ਰਿਕਾਰਡ ਲਾ ਲਵੇ, ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਮਾਧਿਅਮ ਕੋਈ ਸਾਧਨ ਬਣਾ ਲਵੇ, ਕੋਈ ਫੋਨ ਲਾ ਲਵੇ। ਮਕਸਦ ਹੈ ਵਾਹਿਗੁਰੂ ਦੀ ਸਿਫਤ ਸੁਣਨ ਦਾ। ਸਾਧਨ ਉਪਰਾਲਾ ਮਾਧਿਅਮ ਕੋਈ ਵੀ ਵਰਤਿਆ ਜਾ ਸਕਦਾ ਹੈ, ਪਰ ਉਹਦੇ ਰਾਹੀਂ ਭਾਵਨਾ ਕੀ ਹੋਵੇ ਕਿ ਵਾਹਿਗੁਰੂ ਦੀ ਸਿਫਤ ਸੁਣਨੀ ਹੈ, ਭਾਵੇਂ ਕੋਈ ਰੇਡੀਓ ਰਾਹੀਂ, ਭਾਵੇਂ ਕੋਈ ਟੀਵੀ ਰਾਹੀਂ, ਭਾਵੇਂ ਕੋਈ ਮੋਬਾਈਲ ਰਾਹੀਂ। ਇਹ ਤਾਂ ਨਹੀਂ ਕਿ ਇਹਨਾਂ ਵਿੱਚ ਕੋਈ ਗੰਦਮੰਦ ਨਹੀਂ ਆ ਸਕਦਾ। ਇਹ ਹੁਣ ਮਨੁੱਖ 'ਤੇ ਨਿਰਭਰ ਹੈ ਕਿ ਉਹਨੇ ਕੀ ਸੁਣਨਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੀਰਤਨ ਸੁਣਨਾ, ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਬਾਣੀ ਸੁਣਨੀ ਹੈ, ਕਿ ਜਾਂ ਕਿ ਹੋਰ ਬਹੁਤ ਸਾਰਾ ਕੁਛ ਆਉਂਦਾ ਹੈ ਉਹ ਸੁਣਨਾ ਹੈ। ਇਹ ਤਾਂ ਮਨੁੱਖ ਦੇ ਉੱਪਰ ਨਿਰਭਰ ਹੈ। ਸਾਹਿਬ ਕਹਿੰਦੇ ਜਿਹੜੇ ਸੁਣ ਲੈਂਦੇ ਨਾ, ਗੁਰੂ ਦੀ ਸਿੱਖਿਆ ਸੁਣ ਲੈਂਦੇ ਨੇ, ਉਹ ਸਾਰੇ ਇਹ ਗੁਣਾਂ ਨੂੰ ਗਾਹੁਣ ਵਾਲੇ ਬਣ ਜਾਂਦੇ ਹਨ। ਉਹਨਾਂ ਦੀ ਪਹੁੰਚ ਹੋ ਜਾਂਦੀ ਸਾਰੇ ਥਾਵਾਂ 'ਤੇ ਕਿ ਕਿੱਥੋਂ ਕਿੱਥੋਂ ਸ਼ੁਭ ਗੁਣ ਦੈਵੀ ਗੁਣ ਪ੍ਰਾਪਤ ਹੋ ਸਕਦਾ, ਤੇ ਉਹ ਗ੍ਰਹਿਣ ਕਰ ਲੈਂਦੇ ਹਨ। ਇਹ ਬਚਨ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਕਿ ਸਾਂਝ ਕਰੀਜੈ ਗੁਣੇ ਕੇਰੀ ਛੋੜੇ ਅਵਗਨ ਚੱਲੀਏ। ਗੁਣਾਂ ਨਾਲ ਸਾਂਝ ਪਾਉਣੀ ਹੈ, ਅਵਗਨਾਂ ਦਾ ਤਿਆਗ ਕਰਨਾ। ਗੁਰਮੁਖ ਜਨ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਸੁਣ ਲਈ, ਸਾਹਿਬ ਕਹਿੰਦੇ ਗੁਣਾਂ ਦੇ ਗਾਹਕ ਬਣ ਜਾਂਦੇ, ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਬਣ ਜਾਂਦੇ ਹਨ। ਸੁਣਿਆ ਸੇਖ ਪੀਰ ਪਾਤਸ਼ਾਹ, ਜਿਹੜੇ ਸਤਿਗੁਰੂ ਜੀ ਦਾ ਨਾਮ ਸਰਵਣ ਕਰਦੇ, ਸਤਿਗੁਰੂ ਦੀ ਸਿੱਖਿਆ ਸੁਣ ਲੈਂਦੇ ਹਨ, ਉਹ ਸੇਖ ਪੀਰ ਤੇ ਪਾਤਸ਼ਾਹ, ਇਹ ਤਿੰਨ ਪਦਵੀਆਂ ਦਾ ਵਰਣਨ ਕੀਤਾ। ਸ਼ੇਖ, ਇੱਥੇ ਸੇਖ ਹੈ, ਅਰਬੀ ਵਿੱਚ ਇਹਦਾ ਉਚਾਰਨ ਕੀਤਾ ਜਾਂਦਾ ਸ਼ੇਖ। ਸੱਸੇ ਦੇ ਚਰਨਾਂ ਵਿੱਚ ਵੀ ਬਿੰਦੀ ਲੱਗਦੀ ਤੇ ਖੱਖੇ ਦੇ ਚਰਨਾਂ ਵਿੱਚ ਵੀ ਬਿੰਦੀ ਲਾ ਕਰਕੇ ਦਾ ਉਚਾਰਨ ਕੀਤਾ ਜਾਂਦਾ। ਅਰਬੀ ਬੋਲੀ ਦਾ ਸ਼ਬਦ ਹੈ। ਮੁਸਲਮਾਨਾਂ ਦੇ ਵਿੱਚ, ਖਾਸ ਕਰਕੇ ਅਰਬੀਆਂ ਦੇ ਵਿੱਚ, ਅਰਬ ਦੇਸ਼ਾਂ ਵਿੱਚ ਸੇਖ ਉਸ ਨੂੰ ਕਿਹਾ ਜਾਂਦਾ ਜਿਹੜਾ ਰਾਜਨੀਤੀ ਦਾ ਵੀ ਆਗੂ ਹੋਵੇ ਤੇ ਧਰਮ ਦਾ ਵੀ ਆਗੂ ਹੋਵੇ, ਜਿਹੜਾ ਦੋਵਾਂ ਨੂੰ ਐਨ ਬਰਾਬਰ ਰੱਖ ਕਰਕੇ ਚੱਲ ਸਕਦਾ ਹੋਵੇ। ਭਾਵ ਹੈ ਵੱਡਾ ਬਜ਼ੁਰਗ ਹੋਵੇ, ਨੀਤੀਵਾਨ ਹੋਵੇ, ਅਧਿਆਤਮਿਕ ਪੱਖ ਦਾ ਵੀ ਜਾਣੂ ਹੋਵੇ, ਤੇ ਸਮਾਜ ਦੇ ਬਾਰੇ ਵੀ ਉਸ ਨੂੰ ਐਨ ਪੂਰੀ ਸਮਝ ਹੋਵੇ ਕਿ ਸਮਾਜ ਦੇ ਵਿੱਚ ਕਿਵੇਂ ਵਰਤਣਾ ਹੈ। ਭਾਵ ਵੱਡਾ ਵਿਦਵਾਨ ਹੋਵੇ, ਸੋਝੀਵਾਨ ਹੋਵੇ, ਉਹਨੂੰ ਸ਼ੇਖ ਆਖਿਆ ਜਾਂਦਾ। ਅੱਜ ਤਾਂ ਅਰਬਾਂ ਵਿੱਚ ਜਣੇ ਖਣੇ ਦੇ ਨਾਮ ਦੇ ਨਾਲ ਹੀ ਇਹ ਸ਼ੇਖ ਸਾਹਿਬ ਨੇ। ਭਾਵੇਂ ਸਾਰੇ ਸੰਸਾਰ ਦੇ ਔਗਣਾਂ ਨਾਲ ਭਰਿਆ ਹੋਵੇ, ਸਾਰੇ ਸੰਸਾਰ ਦੇ ਕੁਕਰਮ ਇਕੱਠੇ ਹੋਣ, ਤੇ ਜੀ ਸ਼ੇਖ ਸਾਹਿਬ ਨੇ। ਪਰ ਸ਼ੇਖ ਹੋਏ ਨੇ ਮਹਾਂਪੁਰਖ ਬਾਬਾ ਫਰੀਦ ਸਾਹਿਬ ਜੀ। ਉਹਦੇ ਨਾਮ ਦੇ ਨਾਲ ਗੁਰੂ ਸਾਹਿਬ ਜੀ ਨੇ ਸ਼ੇਖ ਸ਼ਬਦ ਵਰਤਿਆ। ਪਿੱਛੇ ਆਪਾਂ ਸੁਣਿਆ ਸੀ ਸ਼ਲੋਕ, ਸ਼ੇਖ ਫਰੀਦ ਕੇ ਸ਼ੇਖ ਸ਼ਬਦ ਲਾਇਆ। ਸ਼ੇਖ ਇੱਕ ਪਦਵੀ ਹੈ ਅਰਬੀਆਂ ਦੇ ਵਿੱਚ ਜੋ ਬੜੀ ਸਨਮਾਨਯੋਗ ਹੈ। ਜਿਵੇਂ ਬ੍ਰਾਹਮਣਾਂ ਦੇ ਵਿੱਚ ਪੰਡਤਾਂ ਦੇ ਸਮਝਿਆ ਜਾਂਦਾ ਜੀ ਇਹ ਬ੍ਰਾਹਮਣ ਹੈ। ਬ੍ਰਾਹਮਣ ਵੀ ਇੱਕ ਪਦਵੀ ਦਾ ਨਾਮ ਸੀ, ਪਰੰਤੂ ਇੱਕ ਜਾਤੀ ਬ੍ਰਾਹਮਣ ਬਣ ਗਈ। ਸੋ ਸ਼ੇਖ ਇੱਕ ਪਦ ਹੈ, ਇੱਕ ਉੱਚਾ ਮਰਾਤਬਾ, ਇੱਕ ਉੱਚਾ ਅਹੁਦਾ ਹੈ। ਸਾਹਿਬ ਕਹਿੰਦੇ ਪਤਾ ਲੱਗ ਜਾਂਦਾ ਕਿ ਸ਼ੇਖ ਦੀ ਪਦਵੀ ਕੀ ਹੁੰਦੀ ਹੈ। ਉਹ ਸ਼ੇਖ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹਨੂੰ ਸਮਾਜ ਦੀ, ਸੰਸਾਰ ਦੀ ਤੇ ਅਧਿਆਤਮਿਕਤਾ ਦੀ ਸਾਰੀ ਸੂਝ ਬੂਝ ਗਿਆਤ ਸੋਝੀ ਹਾਸਲ ਹੋ ਜਾਂਦੀ ਹੈ। ਪੀਰ ਸ਼ਬਦ ਵੀ ਇਸਲਾਮੀ ਮਤ ਦਾ ਹੈ। ਗੁਰੂ ਘਰ ਦੇ ਨਾਲ ਵੀ ਇਸ ਦਾ ਗਹਿਰਾ ਸੰਬੰਧ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਪੰਜ ਗੁਰੂ ਸਾਹਿਬ, ਬੜੀ ਪੰਜਾਬ ਵਿੱਚ ਇਸ ਗੱਲ ਦੀ ਚਰਚਾ ਜੀ, ਇਹ ਪੰਜਾਂ ਪੀਰਾਂ ਦੀ ਜਗ੍ਹਾ ਹੈ, ਤੇ ਨਾ ਇੱਕ ਦਾ ਵੀ ਨਹੀਂ ਪਤਾ ਕਿ ਇਹਨਾਂ ਦੇ ਨਾਮ ਕੀ ਹਨ। ਪਰ ਅਗਿਆਨਤਾ ਵਸ ਅੰਧਕਾਰ 'ਚ ਭਟਕਦੀ ਹੋਈ ਲੁਕਾਈ ਪੰਜਾਂ ਪੀਰਾਂ ਦਾ ਨਾਮ ਦੇ ਕਰਕੇ ਤੇ ਉਹਨਾਂ ਦੇ ਇੱਟਾਂ ਦੀ ਕਬਰਾਂ ਦੀ ਪੂਜਾ ਕੀਤੀ ਜਾ ਰਹੀ, ਜਿਹਦੇ ਬਾਰੇ ਅਸਲੀ ਪੀਰ ਨੇ ਆਖਿਆ ਸੀ ਨਾ ਕਿ ਦੁਬਦਾ ਨਾ ਪੜੋ,
ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਇਹ ਅਸਲੀ ਪੀਰ ਦੇ ਬਚਨ ਨੇ। 654 ਅੰਕ ਦੇ ਉੱਪਰ ਜਗਤ ਗੁਰੂ ਨਾਨਕ ਦੇ ਪਾਤਸ਼ਾਹ ਦਾ ਇਹ ਬਚਨ ਹੈ, ਜਿਹਦੇ ਬਾਰੇ ਭਾਈ ਗੁਰਦਾਸ ਜੀ ਦਾ ਹੁਣੇ ਬਚਨ ਆਪ ਜੀ ਨੇ ਸੁਣਿਆ ਸੀ ਕਿ ਜਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਜਗਤ ਗੁਰੂ, ਜਾਹਰ ਪੀਰ ਪ੍ਰਤੱਖ ਪੀਰ ਹੈ, ਸਾਖਸ਼ਾਤ ਅਕਾਲ ਪੁਰਖ ਦਾ ਸਰੂਪ ਜਾਹਰਾ ਪੀਰ ਹੈ, ਕਰਾਮਾਤੀ ਪੀਰ ਹੈ, ਜਿਹਦੇ ਬਾਰੇ ਮਹਾਂਪੁਰਖ ਭਾਈ ਗੁਰਦਾਸ ਸਾਹਿਬ ਕਹਿੰਦੇ ਕਿਹੜਾ ਝੱਲੇ ਗੁਰੂ ਦੀ ਝਾਲਾ, ਉਸ ਪੀਰ ਦੀ ਕੋਈ ਝਾਲ ਨਹੀਂ ਝੱਲ ਸਕਦਾ। ਪੀਰਾਂ ਵਾਲੀ ਪਦਵੀ ਕੀ ਹੁੰਦੀ ਹੈ, ਪੀਰ ਕਿਸ ਅਵਸਥਾ ਦਾ ਨਾਮ ਹੈ, ਉਹ ਉਸ ਨੂੰ ਸਮਝ ਪੈ ਜਾਂਦੀ, ਪ੍ਰਾਪਤੀ ਹੋ ਜਾਂਦੀ ਹੈ। ਪਾਤ ਦਾ ਅਰਥ ਹੈ ਤਖਤ, ਸ਼ਾਹ ਦਾ ਅਰਥ ਹੁੰਦਾ ਮਾਲਕ। ਜਿਹੜਾ ਤਖਤ ਦਾ ਮਾਲਕ ਹੋਵੇ ਇਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ। ਇੱਕ ਤਾਂ ਸਰੂਪ ਰੂਪੀ ਤਖਤ ਹੈ, ਅਵਸਥਾ ਰੂਪੀ ਤਖਤ ਹੈ, ਦੂਸਰਾ ਬਾਹਰੀ ਤਖਤ ਹੈ। ਬਾਹਰੀ ਤਖਤ ਦੇ ਮਾਲਕ ਨੂੰ ਬਾਦਸ਼ਾਹ ਆਖਿਆ ਜਾਂਦਾ ਹੈ, ਪਰ ਜਿਹੜਾ ਸਰੂਪ ਰੂਪੀ ਤਖਤ ਦਾ ਮਾਲਕ ਬਣ ਜਾਏ ਉਹਦੇ ਬਾਰੇ ਸਾਹਿਬਾਂ ਦਾ ਇਸੇ ਬਾਣੀ 'ਚ ਬਚਨ ਹੈ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ, ਜਿਹਨੂੰ ਮਾਲਕ ਦੀ ਸਿਫਤ ਪ੍ਰਾਪਤ ਹੋ ਜਾਏ। ਸੋ ਪਾਤਸ਼ਾਹ ਵਾਲੀ ਪਦਵੀ ਮੁਰਾਦਬਾ ਸਾਹਿਬ ਕਹਿੰਦੇ ਵਾਹਿਗੁਰੂ ਦੀ ਸਿਫਤ ਸਲਾਹ ਸੁਣ ਦੁਆਰਾ ਪ੍ਰਾਪਤ ਹੋ ਜਾਂਦਾ ਹੈ। ਸੁਣਿਆ ਅੰਧੇ ਪਾਵਹਿ ਰਾਹ, ਵਾਹਿਗੁਰੂ ਜੀ ਦਾ ਨਾਮ ਸੁਣ ਦੁਆਰਾ, ਸਿੱਖਿਆ ਸੁਣ ਦੁਆਰਾ ਜਿਹੜੇ ਅੰਧੇ ਨਾ ਉਹ ਵੀ ਪਾਵੇ ਰਾਹ ਪਾ ਲੈਂਦੇ ਹਨ, ਮੰਜ਼ਿਲ ਹਾਸਲ ਕਰ ਲੈਂਦੇ ਨੇ, ਮਾਰਗ ਮਿਲ ਜਾਂਦਾ ਹੈ। ਹੁਣ ਸੰਸਾਰ ਦੇ ਵਿੱਚ ਜਿਹੜੇ ਅੱਖਾਂ ਤੋਂ ਮਨਾਖੇ ਨੇ, ਜਿਨ੍ਹਾਂ ਨੂੰ ਅੱਖਾਂ ਦੀ, ਜਿਨ੍ਹਾਂ ਕੋਲ ਅੱਖਰਾਂ ਦੀ ਰੋਸ਼ਨੀ ਨਹੀਂ, ਉਹ ਤਾਂ ਕੁਛ ਕੁ ਕਰੋੜ ਗਿਣਤੀ ਗਿਣੀ ਜਾਂਦੀ ਕਿ ਇੰਨੇ ਕਰੋੜ ਹਨ। ਪਰ ਜਿਹੜੇ ਮਨ ਕਰਕੇ ਅੰਧੇ, ਅਕਲ ਕਰਕੇ ਅੰਧੇ ਨੇ, ਅਗਿਆਨਤਾ ਕਰਕੇ ਅੰਧੇ ਨੇ, ਉਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਕਿ ਕਿੰਨੇ ਹਨ। ਸਾਹਿਬਾਂ ਨੇ ਬਾਣੀ 'ਚ ਜ਼ਿਕਰ ਕੀਤਾ ਹੈ ਕਿ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾਹੇ, ਅੰਧੇ ਸਈ ਨਾਨਕਾ ਖਸਮੋ ਕੁੱਥੇ ਜਾਹੇ। ਤੇ ਅੱਜ ਇਸ ਗੱਲ ਦਾ ਜਦੋਂ ਮੁਤਾਲਿਆ ਕੀਤਾ ਜਾਏ, ਗਿਣਤੀ ਮਿਣਤੀ ਕੀਤੀ ਜਾਏ, ਤੇ ਐਸਾ ਲਿਖਿਆ ਮਿਲਦਾ ਕਿ ਅੱਧੇ ਤੋਂ ਵੱਧ ਜਿਹੜੀ ਦੁਨੀਆ ਨਾ ਉਹ ਨਾਸਤਕ ਹੈ, ਉਹ ਰੱਬ ਦੀ ਹੋਂਦ ਨੂੰ ਮੰਨਦੀ ਨਹੀਂ ਹੈ ਕਿ ਕੌਣ ਪਰਮਾਤਮਾ ਹੈ, ਰੱਬ ਕੌਣ ਹੈ। ਨਹੀਂ, ਇਹ ਕੁਦਰਤੀ ਸਭ ਕੁਛ ਹੈ ਜਾਂ ਮਨੁੱਖੀ ਸਭ ਕੁਛ ਹੈ, ਨਾ ਕੋਈ ਅੱਗੇ ਹੈ ਨਾ ਕੋਈ ਪਿੱਛੇ, ਕੋਈ ਆਵਾਗਮਨ ਨਹੀਂ ਹੁੰਦਾ। ਮਨੁੱਖ ਹੀ ਆਪਣੇ ਕਰਮ ਆਪੇ ਬਣਾਉਂਦਾ ਹੈ, ਆਪ ਹੀ ਭੁਗਤਦਾ ਹੈ। ਸੋ ਉਹਨਾਂ ਦੀ ਫਿਲਾਸਫੀ ਜਿਹੜੀ ਇੱਥੋਂ ਤੱਕ ਟਿਕੀ ਹੈ। ਪਰ ਗੁਰਮਤਿ ਦਾ ਜਿਹੜਾ ਅੰਸ਼ਾ ਹੈ ਬੜਾ ਗਹਿਰਾ, ਬੜਾ ਵਿਸ਼ਾਲ ਹੈ। ਸਾਹਿਬ ਕਹਿੰਦੇ ਜਿਹੜੇ ਮੱਤ ਦੇ ਅਗਿਆਨੀ ਨਾ, ਜਿਨ੍ਹਾਂ ਕੋਲ ਅਕਲ ਨਹੀਂ ਹੈ, ਗੁਰੂ ਦੀ ਮੱਤ ਦਾ ਦੀਵਾ ਨਹੀਂ ਹੈ, ਉਹ ਅਗਿਆਨਤਾ ਵਿੱਚ ਭਟਕਣ ਵਾਲੇ ਪਤਾ ਨਹੀਂ ਕਿੰਨੇ ਕੁ ਹਨ। ਪਰੰਤੂ ਜਦੋਂ ਗੁਰੂ ਦਾ ਗਿਆਨ ਦਾ ਦੀਵਾ ਪ੍ਰਾਪਤ ਹੋ ਜਾਵੇ, ਉਹ ਅੰਨੇ ਵੀ ਰਾਹ ਪ੍ਰਾਪਤ ਕਰ ਲੈਂਦੇ ਹਨ। ਹੁਣ ਇੱਕ ਮੁਸਾਫਰ ਜਿਹੜਾ ਸਫ਼ਰ ਵਿੱਚ ਜਾ ਰਿਹਾ ਬੜਾ ਦੀਨਹੀਨ ਹੈ, ਉਹਨੂੰ ਤਾਂ ਹਰ ਇੱਕ ਦੀ ਮਦਦ ਦੀ ਲੋੜ ਹੁੰਦੀ ਹੈ, ਜਿਹੜਾ ਲੰਮੇ ਸਫ਼ਰ 'ਤੇ ਨਿਕਲਿਆ ਹੋਵੇ। ਤੇ ਉਹ ਸਫ਼ਰ ਵਿੱਚ ਨਿਕਲੇ ਹੋਏ ਮੁਸਾਫਰ ਦਾ ਕੋਈ ਸਮਾਨ ਹੀ ਚੁੱਕ ਲਵੇ ਤੇ ਜੋ ਉਹਦੇ ਮਨ 'ਤੇ ਬੀਤਦੀ ਨਾ ਉਹੀ ਜਾਣਦਾ ਹੈ। ਕੱਲਾ ਸਮਾਨ ਹੀ ਨਾ ਚੁੱਕ ਲਵੇ, ਨੂੰ ਮਾਰ ਹੀ ਕੋਈ ਦਵੇ, ਨਾ ਅਗਲਿਆਂ ਨੂੰ ਖਬਰ ਨਾ ਪਿਛਲਿਆਂ ਨੂੰ ਖਬਰ। ਅਜਿਹਾ ਹੀ ਇੱਕ ਬੰਦਾ ਸੀ, ਤਲੰਬੇ ਨਗਰ ਦਾ ਰਹਿਣ ਵਾਲਾ, ਮੁਲਤਾਨ ਦੇ ਨੇੜੇ ਪਿੰਡ ਹੈ, ਪਿੰਡ ਦਾ ਨਾਮ ਹੈ ਤਲੰਬਾ। ਰਾਈ ਪਾਂਧੀ ਆਉਂਦੇ ਨੇ, ਵੇਖਦੇ ਜੀ ਸ਼ੇਖ ਸਾਹਿਬ ਹਨ, ਬੜੇ ਚੰਗੇ ਨੇਕ ਬਾਹਰੋਂ ਦਿਸਦੇ ਨੇ, ਪਰ ਕੀ ਜਾਣਨ ਕਿ ਬੜਾ ਕੁਟਲ ਹੈ, ਬੜੀ ਭੈੜੀ ਨੀਤੀ ਤੇ ਚੱਲਣ ਵਾਲਾ ਵਿਅਕਤੀ ਹੈ, ਜਿਹਨੇ ਧਰਮ ਦਾ ਬਾਣਾ ਪਹਿਰਾਵਾ ਤਾਂ ਬਾਹਰੋਂ ਪਾਇਆ ਹੈ, ਪਰ ਅੰਦਰ ਧਰਮ ਵਾਲਾ ਕੋਈ ਗੁਣ, ਕੋਈ ਚੰਗਿਆਈ, ਕੋਈ ਨੇਕੀ ਨਹੀਂ ਹੈ। ਨਾਮ ਸੀ ਉਸ ਦਾ ਸੱਜਣ। ਸਤਿਗੁਰੂ ਨਾਨਕ ਦੇ ਪਾਤਸ਼ਾਹ ਪਹੁੰਚ ਜਾਂਦੇ ਨੇ, ਇੱਕੋ ਹੀ ਸ਼ਬਦ ਉਸ ਸੱਜਣ ਨੇ ਸੁਣਿਆ ਸੀ, ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੌ ਧੋਵਨ ਤਿਸ ਸੱਜਣ ਸੇ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੇ ਖੜੇ ਦਸਨ। ਸੱਜਣਾ, ਇਹ ਸੱਜਣਾ ਦਾ ਕੰਮ ਨੇ ਕਿ ਘਰ ਆਏ ਮਹਿਮਾਨ ਦੇ ਲੀੜੇ ਕੱਪੜੇ ਲਾ ਲਓ, ਉਹਨੂੰ ਮਾਰ ਹੀ ਦਓ। ਕੀ ਇਹ ਸੱਜਣਤਾ ਹੀ ਹੁੰਦੀ ਹੈ? ਇਹ ਤਾਂ ਪਾਪੀਆਂ ਦਾ ਕੰਮ ਹੈ, ਤਾਂ ਦੁਸ਼ਟਾਂ ਦਾ ਕੰਮ ਹੈ, ਤੇ ਤੂੰ ਇਹ ਦੁਸ਼ਟਪੁਣਾ ਕਰਦਾ ਹੈ। ਇੱਕੋ ਹੀ ਸ਼ਬਦ ਸੁਣਿਆ ਹੈ ਉਸ ਸੱਜਣ ਨੇ, ਤੇ ਸੱਚਾ ਸੱਜਣ ਬਣ ਜਾਂਦਾ। ਪਹਿਲੀ ਧਰਮਸ਼ਾਲਾ ਤਲੰਬੇ ਪਿੰਡ ਵਿੱਚ ਸੱਜਣ ਦੇ ਘਰ ਵਿੱਚ ਬਣਦੀ ਹੈ। ਉਹ ਸੱਜਣ ਦਾ ਜਿਹੜਾ ਬਾਅਦ ਵਾਲਾ ਜੀਵਨ ਸੀ ਨਾ, ਬੜਾ ਗੁਰਮੁਖ ਜੀਵਨ, ਧਰਮਾਤਮਾ ਵਾਲਾ ਜੀਵਨ ਸੀ, ਨੇਕੀਆਂ ਤੇ ਪਰਉਪਕਾਰਾਂ ਨਾਲ ਭਰਿਆ ਜੀਵਨ ਸੀ। ਉਹ ਗੁਰਮਤਿ ਦਾ ਪ੍ਰਚਾਰਕ ਬਣਿਆ। ਕਦੋਂ ਬਣਿਆ? ਜੇ ਇੱਕ ਗੁਰ ਕੀ ਸਿੱਖ ਸੁਣੀ, ਜਦੋਂ ਗੁਰੂ ਦੀ ਸਿੱਖਿਆ ਸੁਣ ਲਈ, ਮਤ ਵਿੱਚ ਰਤਨ ਜਵਾਹਰਾਂ ਦੀ ਨਿਆਈ, ਸ਼ੁਭ ਗੁਣ ਤੇ ਦੈਵੀ ਗੁਣ ਪੈਦਾ ਹੋ ਗਏ।
ਸਾਹਿਬ ਕਹਿੰਦੇ ਸੁਣਿਆ ਅੰਧੇ ਪਾਵੇ ਰਾਹੋ। ਹੁਣ ਗੁਰੂ ਨਾਨਕ ਦੇ ਪਾਤਸ਼ਾਹ ਨੇ 4 ਯਾਤਰਾਵਾਂ ਕੀਤੀਆਂ, ਲੰਬੇਰੀਆਂ ਯਾਤਰਾ ਸਨ, ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੱਕ। ਤੇ ਕੀ ਉਹਨਾਂ ਯਾਤਰਾ ਦਾ ਮਕਸਦ ਯਾਤਰਾ ਕਰਨਾ, ਸੈਰ ਸਪਾਟਾ ਕਰਨਾ ਸੀ ਜਾਂ ਧਨ ਦੌਲਤ ਪੈਸਾ ਕਮਾਉਣਾ ਸੀ? ਬਿਲਕੁਲ ਐਸਾ ਨਹੀਂ। ਉਹ ਅੰਨਿਆਂ ਨੂੰ ਰਾਹ ਪਾਉਣ ਵਾਸਤੇ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਪਰਜਾ ਅੰਧੀ ਗਿਆਨ ਬਿਨ ਕੂੜਕ ਸਤ ਮੁਖੋਂ ਅਲਾਈ। ਪਰਜਾ ਜਿਹੜੀ ਉਹ ਵੀ ਗਿਆਨ ਤੋਂ ਸਖਣੀ ਹੈ, ਤੇ ਜਦੋਂ ਪਰਜਾ ਨਹੀਂ ਹੋ ਜਾਏ ਫਿਰ ਰਾਜਿਆਂ ਨੂੰ ਖੁੱਲ੍ਹ ਮਿਲ ਜਾਂਦੀ ਹੈ। ਰਾਜੇ ਪਾਕ ਮਾਮਦੇ ਉਲਟੀ ਵਾੜ ਖੇਤ ਕੋ ਖਾਏ ਕਿ ਸਾਨੂੰ ਕੌਣ ਪੁੱਛਣ ਵਾਲਾ। ਜੇ ਪਰਜਾ ਧਰਨੇ ਲਾਵੇ ਤੇ ਫਿਰ ਰਾਜੇ ਵੀ ਸੋਚਣ ਤੇ ਮਜਬੂਰ ਹੋ ਜਾਂਦੇ ਕਿ ਪਰਜਾ ਸੁਚੇਤ ਹੈ। ਤੇ ਪਰਜਾ ਤਾਂ ਨਹੀਂ ਆਪ ਹੈ, ਗਿਆਨਤਾ ਦੀ ਖੱਡ ਵਿੱਚ ਡਿੱਗੀ ਹੈ, ਰਾਹ ਕੌਣ ਸੰਸਾਰ ਨੂੰ ਦੱਸੇ। ਸੋ ਸਾਹਿਬ ਕਹਿ ਰਹੇ ਨੇ ਸੁਣੇ ਅੰਧੇ ਪਾਵੇ ਰਾਹੋ। ਜਿਹੜੇ ਸਤਿਗੁਰੂ ਦੀ ਸਿੱਖਿਆ ਸੁਣ ਲੈਂਦੇ, ਗੁਰੂ ਦੁਆਰਾ ਨਾਮ ਦਾ ਸਰਵਨ ਕਰ ਲੈਂਦੇ ਨਾ, ਅੰਤਰਾਤਮੇ ਤੋਂ ਮੂੰਹ ਤੋਂ ਜਪਿਆ ਹੋਇਆ ਨਾਮ ਅੰਤਰਾਤਮੇ ਹੋ ਕੇ ਸੁਣਦੇ ਨਾ, ਉਹ ਜਿਹੜੇ ਅੰਧੇ ਅਗਿਆਨੀ ਉਹ ਵੀ ਰਾਹ ਪ੍ਰਾਪਤ ਕਰ ਲੈਂਦੇ ਨੇ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੇ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਉਹਨਾਂ ਨੂੰ ਰਤਨਾਂ ਦੀ ਕੋਠੜੀ ਦਿਸ ਪੈਂਦੀ, ਅੰਧਕਾਰ ਮਿਟ ਜਾਂਦਾ ਹੈ। ਹਨੇਰੇ ਦਾ ਆਪਣਾ ਕੋਈ ਵਜੂਦ ਨਹੀਂ ਹੁੰਦਾ। ਸਦੀਆਂ ਪੁਰਾਣਾ ਭਾਵੇਂ ਹਨੇਰਾ ਹੋਵੇ, ਸਾਹਿਬ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ। ਜਦੋਂ ਦੀ ਗੁਰੂ ਦੇ ਗਿਆਨ ਦਾ ਦੀਵਾ ਬਲ ਜਾਏ ਫਿਰ ਅੰਧੇਰਾ ਮੁੱਕ ਜਾਂਦਾ ਹੈ। ਸੋ ਇਹ ਨਹੀਂ ਕਿ ਸਦੀਆਂ ਪੁਰਾਣੇ ਹਨੇਰੇ ਨੂੰ ਮਿਟਾਉਣ ਵਾਸਤੇ ਸਦੀਆਂ ਤੱਕ ਹੀ ਦੀਵੇ ਜਗਾਉਣ ਦੀ ਲੋੜ ਹੈ, ਨਹੀਂ। ਬਸ ਦੀਵਾ ਜਗਾਇਆ ਹਨੇਰਾ ਖਤਮ। ਇਸੇ ਤਰ੍ਹਾਂ ਜਿਹੜਾ ਮਨੁੱਖ ਅੰਧਾ ਹੈ, ਅਗਿਆਨੀ ਹੈ, ਅਗਿਆਨਤਾ ਕਰਕੇ ਅੰਨਾ ਹੈ, ਸਾਹਿਬ ਕਹਿੰਦੇ ਫਿਰ ਜਦੋਂ ਗੁਰੂ ਰਾਹ ਵਿਖਾਉਂਦਾ ਨਾ, ਗੁਰਮਤਿ ਦਾ ਦੀਵਾ ਬਖਸ਼ਿਸ਼ ਕਰ ਦਿੰਦਾ ਹੈ, ਫਿਰ ਉਹ ਵੀ ਗੁਰਮਤਿ ਦਾ ਮਾਰਗ ਗ੍ਰਹਿਣ ਕਰ ਲੈਂਦਾ, ਉਹਨੂੰ ਰਾਹ ਮਿਲ ਜਾਂਦਾ ਹੈ। ਸੁਣਿਆ ਹਾਥ ਹੋਵੇ ਅਸਗਾਹ। ਵਾਹਿਗੁਰੂ ਜੀ ਦਾ ਨਾਮ ਸੁਣ ਦੁਆਰਾ ਸਾਹਿਬ ਕਹਿੰਦੇ ਨੇ ਹੱਥ ਭਰ ਮਿੰਤੀ। ਪੁਰਾਣੀ ਮਿੰਤੀ ਐਸੀ ਸੀ, ਅੱਜ ਤਾਂ ਫੁੱਟਿਆਂ ਵਿੱਚ ਜਾਂ ਮੀਟਰਾਂ ਵਿੱਚ ਮਿਣੀ ਜਾਂਦੀ ਹੈ। ਪੁਰਾਣੀ ਮਿੰਤੀ ਹੱਥਾਂ ਨਾਲ ਹੀ ਮਿਣੀ ਜਾਂਦੀ ਸੀ। ਇੰਨੇ ਹੱਥ ਹੈ ਜਿਵੇਂ 5 ਹੱਥਾਂ ਦੀ ਇੱਕ ਕਰਮ ਹੁੰਦੀ ਹੈ। 5 ਹੱਥ ਵੱਡੀ ਉਂਗਲ ਦੇ ਪੋਟੇ ਤੋਂ ਲੈ ਕੇ ਅਰਕ ਤੱਕ, ਕੂਣੀ ਤੱਕ ਇੱਕ ਹੱਥ ਮੰਨਿਆ ਜਾਂਦਾ ਹੈ। ਇੰਨੀ ਮਿੰਤੀ ਹੋਵੇ ਹੋ ਜਾਂਦਾ ਅਸਗਾਹ ਦਾ ਅਰਥ ਉਹ ਪਾਣੀ ਜਿਹੜਾ ਬੜਾ ਡੂੰਘਾ, ਭਾਵੇਂ ਕਿਸੇ ਦਰਿਆ ਦਾ ਹੋਵੇ ਜਾਂ ਭਾਵੇਂ ਸਮੁੰਦਰ ਦਾ ਹੋਵੇ। ਅਸਗਾਹ ਦਾ ਅਰਥ ਸਮੁੰਦਰ ਵੀ ਹੈ। ਡੂੰਘਾ ਪਾਣੀ ਵਿੱਚ ਜਿਹੜਾ ਨਾ ਹੱਥ ਪਰ ਹੋ ਜਾਂਦਾ ਹੈ। ਹੁਣ ਇੱਥੇ ਡੂੰਘਾ ਪਾਣੀ ਕਿਹੜਾ ਹੈ? ਸੰਸਾਰ ਸਮੁੰਦਰ ਹੈ। ਪਦਾਰਥਾਂ ਰੂਪੀ ਪਾਣੀ ਜਿਹੜਾ ਬੜਾ ਵਿਸ਼ਾਲ ਹੈ, ਬੜਾ ਡੂੰਘਾ, ਜਿਹਦਾ ਹਾਥ ਹੀ ਕੋਈ ਨਹੀਂ ਕਿ ਕਿੰਨੇ ਤਰ੍ਹਾਂ ਦੇ ਪਦਾਰਥ ਨੇ। ਜੀਵ ਰੂਪੀ ਮੁਸਾਫਰ ਇਹਦੇ ਵਿੱਚ ਫਿਰ ਡੁੱਬ ਜਾਂਦਾ ਹੈ। ਬੜੀਆਂ ਐਸੀਆਂ ਸਾਖੀਆਂ ਨੇ। 13 ਮਾਰਚ ਸਨ 1823 ਦਾ ਉਹ ਦਿਨ, ਜਦੋਂ ਕਾਬਲ ਦੇ ਬਾਦਸ਼ਾਹ ਨੇ, ਜਿਹਦਾ ਨਾਮ ਸੀ ਮੁਹੰਮਦ ਅਜ਼ੀਮ, ਉਸਨੇ ਪਿਸ਼ਾਵਰ 'ਤੇ ਕਬਜ਼ਾ ਕਰ ਲਿਆ, ਜਿਹਨੂੰ ਪਿਸ਼ਾਵਰ ਕਹਿੰਦੇ। ਭਾਈ ਜੋਗਾ ਸਿੰਘ ਜੀ ਦਾ ਉਹ ਨਗਰ ਹੈ, ਉਸ ਦੇ ਉੱਪਰ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੁਪੁੱਤਰ ਮਹਾਰਾਜਾ ਸ਼ੇਰ ਸਿੰਘ ਨੂੰ ਮੁਕਾਬਲਾ ਕਰਨ ਵਾਸਤੇ ਭੇਜਿਆ। ਪਹਾੜੀ ਇਲਾਕਾ ਸੀ, ਸਿੱਖ ਲੜਦੇ ਰਹੇ, ਜੰਗ ਲੰਮਾ ਹੁੰਦਾ ਗਿਆ ਪਰ ਸਿੱਖ ਜਿੱਤ ਨਾ ਸਕੇ। ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਪਹੁੰਚੀ, ਉਹ ਆਪਣੀਆਂ ਫੌਜਾਂ ਲੈ ਕੇ ਚੱਲ ਪਏ। ਅਟਕ ਦਰਿਆ ਰਾਹ ਵਿੱਚ ਆਉਂਦਾ। ਅਟਕ ਦਰਿਆ ਦੇ ਕੰਢੇ ਤੇ ਪਹੁੰਚੇ ਤੇ ਵੇਖਿਆ ਅੱਗੇ ਦਰਿਆ ਠਾਠਾ ਮਾਰ ਰਿਹਾ ਹੈ। ਮਹਾਰਾਜਾ ਖਲੋ ਕੇ ਸੋਚੀ ਪੈ ਗਏ ਕਿਵੇਂ ਲੰਘਿਆ ਜਾਏ। ਅੱਗੇ ਅਟਕ ਹੈ ਨੇ ਅਟਕ ਪਾ ਦਿੱਤੀ, ਰੋਕ ਪਾ ਦਿੱਤੀ ਹੈ। ਚਿੰਤਾ ਤਰ ਵੇਖ ਕਰਕੇ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਫੌਜ ਵਿੱਚ ਉਦੋਂ ਨਾਲ ਸਨ। ਹਾਥੀ ਤੇ ਸਵਾਰ ਸਨ। ਉਹਨਾਂ ਨੇ ਕਿਹਾ, ਸ਼ੇਰੇ ਪੰਜਾਬ ਤੁਸੀਂ ਬੜੇ ਚਿੰਤਾ ਤੁਰ ਨਜ਼ਰ ਆਉਂਦੇ ਹੋ। ਕਹਿਣ ਲੱਗੇ, ਤੁਰੇ ਤਾਂ ਅਸੀਂ ਆਸ ਰੱਖ ਕੇ, ਪਰ ਅੱਗੇ ਦਰਿਆ ਛੱਲਾ ਮਾਰਿਆ ਹੈ। ਉਹ ਕਹਿਣ ਲੱਗੇ, ਫਿਰ ਗੁਰੂ ਨਾਨਕ ਦੇ ਪਾਤਸ਼ਾਹ ਦਾ ਆਸਰਾ ਲਓ। ਉਹਨਾਂ ਅਰਦਾਸ ਬੇਨਤੀ ਕੀਤੀ। ਆਪਣਾ ਹਾਥੀ ਜੀ ਤੇ ਸਵਾਰ ਸਨ, ਅਟਕ ਵਿੱਚ ਠੇਲਿਆ। ਥੋੜ੍ਹੀ ਦੂਰ ਜਾ ਕਰਕੇ ਉਹ ਹਾਥੀ ਖਲਿਆਰ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗ ਪਏ। ਜਿਵੇਂ ਜਿਵੇਂ ਬਾਣੀ ਪੜ੍ਹਦੇ ਗਏ, ਉਹਨਾਂ ਦੇ ਮੁਖ ਤੋਂ ਰਸਨਾ ਤੋਂ ਬਾਣੀ ਦਾ ਜਦੋਂ ਆਲਾਪ ਹੋਇਆ, ਉਹ ਧੁਨੀ ਅਟਕ ਦਰਿਆ ਦੀਆਂ ਲਹਿਰਾਂ ਨਾਲ ਜਿਵੇਂ ਜਿਵੇਂ ਸਪਰਸ਼ ਕੀਤੀ, ਪਾਣੀ ਦਾ ਚੜਾਅ ਜਿਹੜਾ ਸੀ ਘਟਦਾ ਗਿਆ, ਹੱਥ ਭਰ ਹੋ ਗਿਆ, ਗੋਡੇ ਗੋਡੇ ਪਾਣੀ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਵੀ ਹੌਸਲਾ ਪਿਆ, ਉਹਨਾਂ ਆਪਣਾ ਘੋੜਾ ਠੇਲਿਆ। ਫੌਜ ਸਾਰੀ ਜਿੰਨਾ ਚਿਰ ਬਾਣੀ ਦਾ ਪਾਠ ਹੁੰਦਾ ਗਿਆ, ਇੰਨੇ ਚਿਰ ਵਿੱਚ ਫੌਜ ਜਿਹੜੀ ਸਾਰੀ ਸੀ ਉਹ ਅਟਕ ਦਰਿਆ ਨੂੰ ਪਾਰ ਕਰ ਗਈ। ਇੱਕ ਜਥਾ
ਜਿਹੜਾ ਮੁਸਲਮਾਨਾਂ ਦਾ ਸੀ, ਕਿਉਂਕਿ ਭਾਈ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਮੁਸਲਮਾਨ ਵੀ ਸਨ। ਖਜ਼ਾਨਾ ਮੰਤਰੀ ਵੀ ਉਹਨਾਂ ਦਾ ਅਜ਼ੀਜ਼ੁਦੀਨ ਫਕੀਰ ਸੀ, ਮੁਸਲਮਾਨ ਸੀ। ਉਹ 200 ਕੁ ਬੰਦਾ ਸੀ। ਉਹ ਖਲੋਤਾ ਰਿਹਾ ਤੇ ਉਹਨਾਂ ਨੇ ਸਗੋਂ ਬਾਣੀ ਤੇ ਤਰਕ ਕੀਤੀ ਸੀ। ਤੇ ਜਦੋਂ ਸਾਰੀ ਫੌਜ ਲੰਘ ਗਈ, ਮਹਾਰਾਜਾ ਰਣਜੀਤ ਸਿੰਘ ਵੀ ਮਹਾਂਪੁਰਖ ਵੀ ਅੱਗੇ ਚਲੇ ਗਏ। ਬਾਅਦ ਜਦੋਂ ਹੀ ਉਹ ਵੜੇ, ਉਸੇ ਸਮੇਂ ਦਰਿਆ ਦਾ ਚੜਾਅ ਹੋ ਗਿਆ ਤੇ ਉਹ ਡੁੱਬਣ ਲੱਗੇ, ਰੁੜਨ ਲੱਗ ਪਏ। ਮਹਾਰਾਜਾ ਰਣਜੀਤ ਸਿੰਘ ਨੇ ਬੇਨਤੀ ਕੀਤੀ, ਮਹਾਂਪੁਰਖੋ ਕਿਰਪਾ ਕਰੋ। ਕਹਿਣ ਲੱਗੇ, ਨਾਸਤਕ ਲੋਕ ਨੇ, ਇਹਨਾਂ ਨੂੰ ਗੁਰੂ ਪਾਤਸ਼ਾਹ ਦੀ ਬਾਣੀ ਤੇ ਭਰੋਸਾ ਨਹੀਂ ਹੈ। ਇਹਨਾਂ ਨੇ ਨਹੀਂ ਸੁਣਿਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਦੇ ਬਚਨਾਂ 'ਚ ਕਿੰਨੀ ਬਰਕਤ ਹੈ। ਦਰਿਆ ਨੂੰ ਇੰਨੀ ਕੁ ਭੇਟਾ ਲੈ ਲੈਣ ਦੋ। ਹੁਣ ਫਿਰ ਉਹ 200 ਦਾ 200 ਬੰਦਾ ਹੀ ਰੁੜ ਗਿਆ, ਪਰ ਸਾਰੇ ਦੇ ਸਾਰੇ ਬਾਕੀ ਜਿਹੜੇ ਸਨ ਪਾਰ ਹੋ ਗਏ। ਸੁਣਿਆ ਹਾਥ ਹੋਵੇ ਅਸਗਾਹੋ, ਠਾਠਾਂ ਮਾਰਦਾ ਹੋਇਆ ਸਮੁੰਦਰ ਤੇ ਦਰਿਆ ਵੀ ਸਾਹਿਬ ਕਹਿੰਦੇ ਹੱਥ ਪਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀ ਘਟਨਾ ਲਿਖੀ ਹੈ ਸੰਮਤ 1638 ਵਿਕਰਮੀ ਦੀ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ। ਆਗਰੇ ਦੀ ਧਰਤੀ ਤੇ ਪਤਾ ਲੱਗਾ ਬ੍ਰਹਮ ਗਿਆਨੀ ਮਹਾਂਪੁਰਖ ਭਾਈ ਗੁਰਦਾਸ ਜੀ ਨੂੰ ਸਿੱਖ ਸੰਗਤਾਂ ਨੂੰ ਪ੍ਰੇਰਨਾ ਦੇ ਕਰਕੇ ਗੋਂਦਵਾਲ ਸਾਹਿਬ ਨੂੰ ਲੈ ਤੁਰੇ। ਜਦੋਂ ਇਹ ਬਿਆਸਾ ਦਰਿਆ ਦੇ ਕੰਢੇ ਤੇ ਪਹੁੰਚੇ, ਸੂਰਜ ਛਿਪ ਚੁੱਕਾ ਸੀ, ਬੇੜੀਆਂ ਵਾਲੇ ਆਪਣੇ ਘਰਾਂ ਨੂੰ ਜਾ ਚੁੱਕੇ ਸਨ, ਦਰਿਆ ਚੜ੍ਹਿਆ ਹੋਇਆ ਸੀ। ਭਾਈ ਸਾਹਿਬ ਵਿਚਾਰਨ ਲੱਗੇ ਕਿ ਲੰਮਾ ਸਫ਼ਰ ਕਰਕੇ ਆ ਸੰਗਤਾਂ ਭੁੱਖੀਆਂ, ਇੱਥੇ ਕੰਢੇ ਤੇ ਰਾਤ ਕੱਟਣੀ ਬੜੀ ਔਖੀ ਹੈ। ਉਸੇ ਸਮੇਂ ਇੱਕ ਸਿੱਖ ਨੇ ਆ ਜਿਹੜੀ ਪੰਕਤੀ ਪੜ੍ਹੀ, ਸੁਣਿਆ ਹਾਥ ਹੋਵੇ ਅਸਗਾਹੋ। ਤੇ ਭਾਈ ਗੁਰਦਾਸ ਜੀ ਸੋਚੀ ਪੈ ਗਏ ਕਿ ਜੇਕਰ ਸੰਸਾਰ ਸਮੁੰਦਰ ਗੁਰੂ ਦੀ ਬਰਕਤ ਬਖਸ਼ਿਸ਼ ਸ਼ਬਦ ਦੀ ਕਮਾਈ ਦੁਆਰਾ ਤਰਿਆ ਜਾ ਸਕਦਾ ਤੇ ਬਿਆਸਾ ਦਰਿਆ ਕੀ ਹੈ। ਉਸੇ ਸਮੇਂ ਭਾਈ ਸੰਤੋਖ ਸਿੰਘ ਲਿਖਦੇ ਕਿ ਸਤਨਾਮ ਗੁਰਦਾਸ ਉਚਾਰਾ, ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ। ਭਾਈ ਗੁਰਦਾਸ ਜੀ ਨੇ ਆਪਣੇ ਮੁਖ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਕਹਿ ਕਰਕੇ ਬਿਆਸਾ ਦਰਿਆ ਵਿੱਚ ਆਪਣੇ ਚਰਨ ਪਾਏ। ਵੇਖਦਿਆਂ ਵੇਖਦਿਆਂ ਬਿਆਸਾ ਦਰਿਆ ਦਾ ਜਿਹੜਾ ਵਹਿਣ ਸੀ ਘਟ ਗਿਆ। ਜਾਨੂ ਲਗ ਤਬ ਪਾਣੀ ਭਇਓ। ਭਾਈ ਸਾਹਿਬ ਲਿਖਦੇ ਕਿ ਗੋਡਿਆਂ ਤੱਕ ਹੀ ਪਾਣੀ ਰਹਿ ਗਿਆ। ਸਾਰੀਆਂ ਸਿੱਖ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਬਿਆਸਾ ਦਰਿਆ ਨੂੰ ਪਾਰ ਕਰ ਗਏ। ਇਹ ਇਤਿਹਾਸਕ ਘਟਨਾਵਾਂ ਨੇ। ਹੁਣ ਜਿਹੜਾ ਸੰਸਾਰ ਸਮੁੰਦਰ ਇਹ ਕਿਵੇਂ ਛੋਟਾ ਹੁੰਦਾ ਹੈ, ਬਾਣੀ ਵਿੱਚ ਇਹਦਾ ਬਾਰੇ ਦੱਸਿਆ ਹੈ ਕਿ ਸਾਗਰ ਤਰਿਓ ਬਾਸ਼ਰ ਖੋਜ। ਬਾਸ਼ਰ ਕਹਿੰਦੇ ਨੇ ਵੱਛੇ ਨੂੰ, ਖੋਜ ਕਹਿੰਦੇ ਖੁਰ ਨੂੰ, ਪੈਰ ਨੂੰ। ਬਰਸਾਤ ਹੋ ਰਹੀ ਹੋਵੇ ਤੇ ਛੋਟਾ ਜਿਹਾ ਗਾਂ ਦਾ ਵੱਛਾ ਲੰਘ ਜਾਏ, ਉਹਦਾ ਖੁਰ ਲੱਗ ਕਰਕੇ ਜਿਹੜੀ ਛੋਟੀ ਜੀ ਥਾਂ ਬਣ ਜਾਏ, ਉਹ ਪਾਣੀ ਨਾਲ ਭਰ ਜਾਵੇ ਖੁਰਾ ਲੱਗਣ ਕਰਕੇ, ਤੇ ਬੰਦੇ ਨੂੰ ਕੀ ਉਹਦੇ ਵਿੱਚ ਲੰਘਣ ਵਾਸਤੇ ਬੇੜੀ ਲਿਆਉਣ ਦੀ ਲੋੜ ਹੈ, ਤਰਨ ਦੀ ਲੋੜ ਨਹੀਂ। ਉਹ ਤਾਂ ਛੋਟਾ ਬੱਚਾ ਵੀ ਲਾਂਘ ਪੁੱਟ ਕੇ ਲੰਘ ਸਕਦਾ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਗੁਰਮੁਖ ਜਨ ਜਿਹੜੇ ਨਾ ਸਾਗਰ ਤਰਿਓ ਬਾਸ਼ਰ ਖੋਜ। ਵੱਛੇ ਦੇ ਖੁਰ ਪਾਣੀ ਦਾ ਭਰਿਆ ਹੋਵੇ, ਜਿਵੇਂ ਉਹਨੂੰ ਸੌਖਿਆਂ ਲੰਘ ਜਾਂਦੇ ਨੇ, ਇਸੇ ਤਰ੍ਹਾਂ ਸੰਸਾਰ ਸਾਗਰ ਦੀਆਂ ਲਹਿਰਾਂ ਤੋਂ ਗੁਰਮੁਖ ਤਰ ਜਾਂਦੇ। ਤਰਦੇ ਉਦੋਂ ਨੇ ਜਦੋਂ ਸੁਣਿਆ ਹਾਥ ਹੋਵੇ ਅਸਗਾਹੋ। ਗੁਰੂ ਦੀ ਮੱਤ ਸੁਣ ਲੈਣ, ਸਿੱਖਿਆ ਸੁਣ ਲੈਣ, ਨਾ ਬਾਣੀ ਦਾ ਉਪਦੇਸ਼ ਸੁਣ ਲੈਣ, ਅੰਤਰਾਤਮੇ ਤੋਂ ਮਨ ਕਰਕੇ ਨਾਮ ਦਾ ਸਰਵਨ ਕਰ ਲੈਣ। ਫਿਰ ਸੰਸਾਰ ਸਾਗਰ ਜਿਹੜਾ ਨਾ ਹਾਥ ਪਾਰ ਹੋ ਜਾਂਦਾ, ਛੋਟਾ ਹੋ ਜਾਂਦਾ ਹੈ, ਸੌਖਿਆਂ ਤਰ ਜਾਈਦਾ ਹੈ। ਨਾਨਕ ਭਗਤਾ ਸਦਾ ਵਿਗਾਸ। ਸਤਿਗੁਰੂ ਨਾਨਕ ਦੇ ਪਾਤਸ਼ਾਹ ਫਰਮਾ ਰਹੇ ਨੇ, ਜਿਹੜੇ ਭਗਤ ਜਨ ਗੁਰਮੁਖ ਜਨ ਨੇ, ਉਹਨਾਂ ਦੇ ਹਿਰਦੇ ਅੰਤਰਾਤਮੇ ਸਦਾ ਹੀ ਵਿਗਾਸ, ਖੇੜਾ, ਆਨੰਦ ਤੇ ਪ੍ਰਸੰਨਤਾ ਬਣੀ ਰਹਿੰਦੀ ਹੈ। ਉਹਨਾਂ ਦੇ ਹਿਰਦੇ 'ਚ ਕਦੀ ਢਹਿੰਦੀ ਕਲਾ ਆਉਂਦੀ ਨਹੀਂ, ਉਹ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਸੁਣਿਆ ਦੁਖ ਪਾਪ ਕਾ ਨਾਸ। ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ, ਵਾਹਿਗੁਰੂ ਜੀ ਦਾ ਨਾਮ ਸੁਣਨ ਦੁਆਰਾ, ਸਰਵਨ ਕਰਨ ਦਾ ਸਦਕਾ ਦੁੱਖਾਂ ਦਾ ਤੇ ਪਾਪਾਂ ਕਾ ਦਾ ਅਰਥ ਹੈ ਦਾ, ਨਾਸ਼ ਦਾ ਅਰਥ ਹੈ ਨਾਸ਼ ਹੋ ਜਾਂਦਾ, ਖਾਤਮਾ ਹੋ ਜਾਂਦਾ। ਸਾਰੇ ਦੇ ਸਾਰੇ ਪਾਪ ਵਾਹਿਗੁਰੂ ਜੀ ਦੀ ਸਿਫਤ ਸਲਾਹ ਸੁਣਨ ਦੁਆਰਾ ਮੁੱਕ ਜਾਂਦੇ ਹਨ, ਦੂਰ ਹੋ ਜਾਂਦੇ, ਖਤਮ ਹੋ ਜਾਂਦੇ ਹਨ। ਇਹ 4 ਪੌੜੀਆਂ ਸਨ ਜਿਨ੍ਹਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਰਵਣ ਦਾ ਮਹਾਤਮ ਕਥਨ ਕੀਤਾ ਹੈ ਕਿ ਵਾਹਿਗੁਰੂ ਦਾ ਨਾਮ ਸੁਣਨ ਦਾ, ਸਤਿਗੁਰੂ ਜੀ ਦੀ ਸਿੱਖਿਆ ਨੂੰ ਸੁਣਨ ਦਾ, ਉਪਦੇਸ਼ ਸੁਣਨ ਦਾ ਕਿੰਨਾ ਭਾਰੀ ਮਹਾਤਮ ਤੇ ਫਲਾਦੇਸ਼ ਹੈ, ਕਿੰਨਾ ਭਾਰੀ ਲਾਭ ਹੈ। ਇਸ ਵਾਸਤੇ ਸਾਹਿਬਾਂ ਨੇ ਸਿੱਧ ਪੁਰਸ਼ਾਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਸਰਵਣ ਦਾ ਮਹਾਤਮ ਕਥਨ ਕਰਕੇ ਵਰਣਨ ਕੀਤਾ, ਸਰਵਣ ਕਰਵਾਇਆ, ਜੋ ਹਰ ਪ੍ਰਾਣੀ ਮਾਤਰ ਦੇ ਭਲੇ ਵਾਲਾ ਹੈ, ਸੁਖਦਾਈ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਹਿਬਾਂ ਦਾ ਬਖਸ਼ਿਆ ਉਪਦੇਸ਼
ਸਾਡੇ ਹਿਰਦੇ ਮਨ ਬੁੱਧ ਚਿੱਤ ਵਿੱਚ ਵਸ ਜਾਏ, ਜਿਸ ਕਰਕੇ ਜੀਵਨ ਕਾਲ ਵਿੱਚ ਵਿਚਰਦਿਆਂ ਸਤਿਗੁਰੂ ਜੀ ਦਾ ਉਪਦੇਸ਼ ਕਮਾ ਸਕੀਏ। ਸਹਿਬਾਂ ਦੀ ਪਾਵਨ ਬਾਣੀ ਆਗਾਧ ਬੋਧ ਹੈ, ਤੁਸ਼ ਬੁੱਧੀ ਮਤ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ। ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ, ਬਖਸ਼ ਲੈਣ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ, ਬਖਸਨ ਹਾਰ ਬਖਸ ਲੈ, ਨਾਨਕ ਪਾਰ ਉਤਾਰ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।